ਸਰਵਰੇ ਕਾਇਨਾਤ ਮੰਜਸਮਾਏ ਆਬੇ ਹਯਾਤ ਵਾਲੀਏ ਕੁਲ ਆਲਮ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਅੱਲਾਹੀ ਦਰਗਾਹੀ ਫਰਮਾਨ ਸਾਡੇ ਸੰਸਾਰਿਕ ਜੀਵਾਂ ਦੇ ਭਲੇ ਵਾਸਤੇ ਗੁਰੂ ਨੇ ਤਰਸ ਕਰਕੇ ਬਖਸ਼ਿਸ਼ ਕੀਤਾ ਹੈ। ਸੋ ਆਪ ਸਰਵ ਸੰਗਤਾਂ ਨੇ ਗੁਰ ਹੁਕਮ ਨੂੰ ਗੁਰੂ ਕੀ ਅਗੰਮੀ ਗੋਦ ਅੰਦਰ ਜੁੜ ਬੈਠ ਕੇ ਬੜੇ ਟਿਕਾਊ ਚਾਉ ਦੇ ਨਾਲ ਗੁਰ ਉਪਦੇਸ਼ ਨੂੰ ਸਰਵਣ ਕੀਤਾ ਹੈ। ਆਓ ਮਨੋ ਬਿਰਤੀਆਂ ਕਰੀਏ ਇਕਾਗਰ, ਗੁਰ ਉਪਦੇਸ਼ ਨੂੰ ਵਿਚਾਰੀਏ ਸਮਝੀਏ ਜੀ। ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ। ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਧਨਾਸਰੀ ਰਾਗ ਦੇ ਅੰਦਰ ਮਹੱਲਾ ਪੰਜਵਾਂ ਭਾਵ ਪੰਚਮ ਸ਼ਹਿਨਸ਼ਾਹ पंचम गुरुदेव सेवा शांति के पुंज बाणी के रचनहारे भाने दे मालक धन धन साहिब श्री गुरु अर्जुन देव महाराज जी दी पावन रसना दे विचों उच्चारण किया होया मुबारक उपदेश है। तो सतगुरां ने इस हुक्म नूं 682 अंक ते सुभाएमान किया है। सतगुरु जी इस हुक्म द्वारा की रहमतां बख्शिशां साडी झोली विच पा रहे ने। आओ भावना दे नाल समझिए जे। तेरा जान राम नाम रंग जागा। सतगुरु जी कह रहे हैं, हे रब जी तेरा जन तैनू ध्यान वाला, तेरी इबादत करन वाला, तेरे नाम सदका उसनू ज्ञान दा रंग चढ़िया। ते सब कह रहे हैं आत्मा जाग गई। तेरा जन राम नाम रंग जागा, क्योंकि आत्मा नू ज्ञान दा रंग चढ़ गया। आत्मक तौर ते जमीर जाग गए ते रंग जागा। सब कह रहे हैं आत्म जिनै सगल वस तां कै जाका सतगुर पूरा। अपनी आत्मा नू जित लिया, अपने मन नू जित लिया। गुरु के चरणों विच आके सतगुरु जी कह रहे ने संसार विच विचरन दा ढंग आ गया, समझ आ गई। आत्मा नू मन नू नाम दा रंग चढ़ गया है, जमीर जाग गई है। आलस शीज गया सब तन ते प्रीतम स्यों मन लागा। जदों गुरु के चरणों दे विच मन जुड़ गया, गुरु के चरणों विच मन लग गया ते पातशाह जी कह रहे हैं आलस खत्म हो गए। जीवन विचों कुकर्मां वाली माड़े कम्मां वाली बिरती खत्म हो गई। जीवन दे विच चंगी मत गुरु तो लै ले सब तन ते, इस तन दे विचों विकार खत्म होए, आलस खत्म हो गया। जेड़ा मनुख कहंदा सी रब जी दा नाम लै लवांगे, हाले किहड़ी उम्र है, हाले थोड़ा होर सौ लवां, थोड़ा होर आ कम कर लवां, महीने नूं गुरद्वारे चलांगे, संगरांद वाले दिन मस्सिया वाले दिन गुरु घर मत्था टेकांगे। सतगुरु जी कह रहे हैं जदों गुरु के ज्ञान की समझ आ गई, जदों गुरु की बाणी दे विच मन लग गया, कोई मनुख फिर गुरमुखो प्रभात वेले उठ के अमृत वेले उठ के गुरु की संगत विच बैठन लग गया। क्योंकि समझ आ गई, अंदर जाग गया, अंदरों मन गुरु के चरणों दे विच जुड़ गया। ते पातशाह जी जद तुलंबे की धरती ते गए, गुरु नानक देव महाराज प्रचार दौरियां द्वारा तलंबे की धरती मकसूदमपुर गए। इत्थे गुरमुखो सज्जन नाम का एक ठग लोगों नूं ठगदा है। इसने एक सरां बनाई हुई है। पहलों ठगियां नहीं सी करदा, पहलों भावना दे नाल लोगों की सेवा भावना वास्ते लोगों की सेवा करया करांगा
ਤਾਂ ਇਸ ਨੇ ਸਰਾਂ ਬਣਾਈ ਸੀ। ਪਿੰਡ ਦੇ ਵਿੱਚੋਂ ਸਰਦਾ ਵਰਦਾ ਸੀ, ਚੰਗੀ ਜ਼ਮੀਨ ਜਾਇਦਾਦ, ਪੈਸਾ ਇਸ ਦੇ ਕੋਲ ਸੀ। ਇਕੱਲੇ ਨੇ ਪੈਸਾ ਲਾ ਕੇ ਪਿੰਡ ਦੇ ਬਾਹਰ ਇੱਕ ਸਰਾਂ ਬਣਾ ਦਿੱਤੀ। ਆਉਣ ਜਾਣ ਵਾਲੇ ਰਾਹੀ ਪਾਂਧੀ ਇੱਥੇ ਰਾਤ ਰਿਹਾ ਕਰਨਗੇ ਤੇ ਮੇਰੇ ਦਰਗਾਹ ਦੇ ਵਿੱਚ, ਰੱਬ ਜੀ ਦੇ ਚਰਨਾਂ ਦੇ ਵਿੱਚ ਮੈਨੂੰ ਪੁੰਨ ਮਿਲੇਗਾ। ਰੱਬ ਜੀ ਦੇ ਚਰਨਾਂ ਦੇ ਵਿੱਚ ਮੇਰੀ ਸੁਣੀ ਜਾਵੇਗੀ, ਕਿਉਂਕਿ ਭਾਗਾਂ ਵਾਲਿਓ ਬਣਾਈ ਤੇ ਇਸ ਕਰਕੇ ਉਸਨੇ ਸਰਾਂ ਸੀ ਜੋ ਲੋਕ ਉਸ ਦੇ ਪਾਸ ਆਉਂਦੇ, ਕਿਉਂਕਿ ਉਸ ਦਾ ਚਿਹਰਾ ਬੜਾ ਭੋਲਾ ਭਾਲਾ ਸੀ, ਦੇਖਣ ਨੂੰ ਬੜਾ ਇਮਾਨਦਾਰ ਲੱਗਦਾ ਸੀ। ਲੋਕ ਜੋ ਇਸ ਦੇ ਪਾਸ ਆਉਂਦੇ ਆਪਣਾ ਧਨ ਦੌਲਤ ਪੈਸਾ ਸਭ ਇਸ ਦੇ ਪਾਸ ਜਮ੍ਹਾਂ ਕਰਾ ਦਿੰਦੇ ਤੇ ਗੁਰਮੁਖੋ ਰਾਤ ਨੂੰ ਆਰਾਮ ਕਰਦੇ। ਹੌਲੀ ਹੌਲੀ ਮਨ ਵਿੱਚ ਲਾਲਚ ਆ ਗਿਆ, ਕਿਉਂਕਿ ਸੰਸਾਰ ਵਿੱਚ ਬੜੀ ਤਿਲਕਣਬਾਜ਼ੀ ਹੈ। ਉਸ ਤਿਲਕਣਬਾਜ਼ੀ ਦੀ ਮਾਇਆ ਦੀ ਤਿਲਕਣ ਦੇ ਨਾਲ ਇਹ ਵੀ ਤਿਲਕ ਗਿਆ ਤੇ ਭਾਗਾਂ ਵਾਲਿਓ ਮਨ ਵਿੱਚ ਲਾਲਚ ਆ ਗਿਆ ਕਿ ਲੋਕ ਮੈਨੂੰ ਪੈਸਾ ਪਕੜਾ ਦਿੰਦੇ ਨੇ। ਪਾਸ ਹੀ ਇੱਕ ਖੂਹ ਬਣਾਇਆ ਸੀ, ਇਸ ਨੇ ਉਹਨਾਂ ਲੋਕਾਂ ਨੂੰ ਮਾਰ ਕੇ ਖੂਹ ਦੇ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਕਿਸੇ ਨੂੰ ਦਫਨਾ ਦਿੰਦਾ ਸੀ, ਕਿਸੇ ਨੂੰ ਖੂਹ ਦੇ ਵਿੱਚ ਸੁੱਟ ਦਿੰਦਾ ਸੀ, ਬੋਡੀ ਖਤਮ ਕਰ ਦਿੰਦਾ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਬੜਾ ਲੰਮਾ ਸਮਾਂ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਭਾਗਾਂ ਵਾਲਿਓ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਰਸਤੇ ਗੁਜ਼ਰ ਰਹੇ ਨੇ। ਇਸ ਦੀ ਜਦੋਂ ਸਰਾਂ ਦੇ ਵਿੱਚ ਆਏ, ਮਰਦਾਨੇ ਨੂੰ ਸਤਿਗੁਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਇਸ ਦੀ ਸਰਾਂ ਦਾ ਭੋਜਨ ਨਹੀਂ ਛਕਣਾ, ਕਿਉਂਕਿ ਭੋਜਨ ਦੇ ਵਿੱਚ ਇਹ ਜ਼ਹਿਰ ਮਿਲਾ ਦਿੰਦਾ ਸੀ। ਜਦੋਂ ਥੋੜਾ ਜਿਹਾ ਤੜਫਦੇ ਤੇ ਗੁਰਮੁਖੋ ਇਹ ਮਾਰ ਕੇ ਖੂਹ ਦੇ ਵਿੱਚ ਸੁੱਟ ਦਿੰਦਾ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਰਦਾਨੇ ਨੂੰ ਸਮਝਾ ਦਿੱਤਾ, ਇਹ ਬੈਠਾ ਹੈ, ਉਡੀਕ ਰਿਹਾ ਹੈ, ਥੋੜੇ ਥੋੜੇ ਟਾਈਮ ਬਾਅਦ ਦੇਖ ਰਿਹਾ ਹੈ ਸੁੱਤੇ ਹਨ ਕਿ ਨਹੀਂ, ਮੈਂ ਇਹਨਾਂ ਨੂੰ ਲੁੱਟ ਲਵਾਂ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਿਹਰੇ ਦਾ ਜਾਹੋ ਜਲਾਲ ਇਸ ਨੇ ਦੇਖ ਕੇ ਸੋਚਿਆ ਕੋਈ ਵੱਡਾ ਸ਼ਾਹੂਕਾਰ ਲੱਗਦਾ ਹੈ, ਕੋਈ ਬੜੇ ਅਮੀਰ ਘਰ ਦਾ ਲੱਗਦਾ ਹੈ, ਬੜਾ ਸ਼ਾਹੂਕਾਰ ਲੱਗਦਾ ਹੈ, ਬੜਾ ਧਨ ਦੌਲਤ ਇਸ ਦੇ ਪਾਸ ਹੋਵੇਗਾ, ਇਹ ਅੱਗੇ ਵਪਾਰ ਵਾਸਤੇ ਜਾ ਰਿਹਾ ਹੋਵੇਗਾ, ਮੈਂ ਸਭ ਕੁਝ ਲੁੱਟ ਲਵਾਂਗਾ। ਇਸ ਨੂੰ ਕਿੱਥੇ ਨੀਂਦ ਆਈ? ਭਾਗਾਂ ਵਾਲਿਓ ਬੜੀ ਲੰਮਾ ਸਮਾਂ ਇਹ ਉਡੀਕ ਕਰਦਾ ਰਿਹਾ, ਬੈਠਾ ਰਿਹਾ, ਆਰਾਮ ਇਸ ਨੇ ਵੀ ਨਹੀਂ ਕੀਤਾ, ਲੰਮਾ ਨਹੀਂ ਪਿਆ, ਬੈਠਾ ਉਡੀਕ ਦੇ ਵਿੱਚ ਬੈਠਾ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਮੌਜ ਦੇ ਵਿੱਚ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਰਵਾਬ ਵਜਾ, ਬਾਣੀ ਆਈ ਹੈ। ਤੇ ਗੁਰਮੁਖੋਂ ਮਰਦਾਨੇ ਨੇ ਰਵਾਬ ਵਜਾਏ, ਸਤਿਗੁਰਾਂ ਨੇ ਸ਼ਬਦ ਉਚਾਰਿਆ, ਊਜਲ ਕਹਿਹਾਂ ਝਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠਣਾ ਉਤਰੈ, ਜੇ ਸੋ ਧੋਵਾਂ ਤਿਸ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਬਾਣੀ ਦੀ ਬਹੁਤੀ ਸੱਜਣ ਨੂੰ ਸਮਝ ਨਹੀਂ, ਪਰ ਭਾਗਾਂ ਵਾਲਿਓ ਥੋੜੀ ਥੋੜੀ ਸਮਝ ਇਸ ਨੂੰ ਆ ਗਈ। ਸ਼ਬਦ ਦੀ ਖਿੱਚ ਐਸੀ, ਸ਼ਬਦ ਦੀ ਧੁਨੀ ਐਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਬੈਠ ਗਿਆ। ਵੇਖੋ ਜਿੱਥੇ ਬੈਠਾ ਸੀ ਸ਼ਬਦ ਇਸ ਦੇ ਕੰਨਾਂ ਦੇ ਵਿੱਚ ਗੁੱਜਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਬੈਠ ਗਿਆ। ਸਤਿਗੁਰਾਂ ਦੇ ਚਰਨਾਂ ਵਿੱਚ ਜਿਤਨਾ ਸਮਾਂ ਸਤਿਗੁਰੂ ਜੀ ਸ਼ਬਦ ਪੜ੍ਹੀ ਗਏ, ਬੜੀ ਮਗਨਤਾ ਦੇ ਨਾਲ ਅੱਖਾਂ ਮੀਚ ਕੇ ਚੌਂਕੜਾ ਮਾਰ ਕੇ ਗੁਰੂ ਕੇ ਚਰਨਾਂ ਦੇ ਵਿੱਚ ਬੜੇ ਟਿਕਾਓ ਦੇ ਨਾਲ ਸ਼ਬਦ ਸੁਣ ਰਿਹਾ ਹੈ। ਸ਼ਬਦ ਦੀ ਸਮਾਪਤੀ ਹੋਈ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸ਼ਬਦ ਦੁਆਰਾ ਇਸ ਦੇ ਮਨ ਨੂੰ ਬੜਾ ਟੁੰਬਿਆ। ਜਦੋਂ ਸ਼ਬਦ ਦੀ ਸਮਾਪਤੀ ਹੋਈ, ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ। ਸਤਿਗੁਰੂ ਜੀ ਗੁਰੂ ਇਤਨਾ ਸਮਰੱਥ ਹੈ, ਜਿੱਥੇ ਲੇਖਾ ਹੋਵੇਗਾ ਉੱਥੇ ਵੀ ਨਾਲ ਖੜਾ ਹੋਵੇਗਾ। ਸਤਿਗੁਰੂ ਉਸ ਨੂੰ ਕਹਿਣ ਲੱਗੇ, ਨਾਮ ਸੱਜਣ ਰੱਖਿਆ ਹੈ, ਮਨ ਦੇ ਵਿੱਚ ਠੱਗੀਆਂ ਧੋਖੇ ਧੜੀਆਂ ਕਰਦਾ ਹੈ, ਮਨ ਦੇ ਵਿੱਚ ਭਟਕਣਾ ਹੈ, ਮਨ ਦੇ ਵਿੱਚ ਅਸ਼ਾਂਤੀ ਹੈ, ਮਨ ਵਿੱਚ ਲੋਕਾਂ ਨੂੰ ਲੁੱਟਣ ਦਾ ਵਿਚਾਰ ਬਣਾਈ ਬੈਠਾ ਹੈ। ਸਾਹਿਬ ਕਹਿ ਰਹੇ ਹਨ, ਤੂੰ ਤੇ ਨਾਮ ਸੱਜਣ ਰੱਖਿਆ ਹੈ, ਕੰਮ ਤੇਰੇ ਸੱਜਣਾ ਵਾਲੇ ਨੇ, ਕੰਮ ਤੇਰੇ ਡਾਕੂਆਂ ਵਾਲੇ ਨੇ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ। ਸਤਿਗੁਰੂ ਜੀ ਕਹਿ ਰਹੇ ਹਨ, ਰੱਬ ਜੀ ਦੀ ਖੁਸ਼ੀ ਲੈਣੀ ਚਾਹੁੰਦਾ ਹੈ, ਉਸ ਦੀ ਦਰਗਾਹ ਵਿੱਚ ਪ੍ਰਵਾਨ ਹੋਣਾ ਚਾਹੁੰਦਾ ਹੈ, ਜੇ ਚਾਹੁੰਦਾ ਹੈ ਗੁਰੂ ਤੇਰੀ ਹਾਮੀ ਭਰੇ, ਗੁਰ ਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਏ। ਜੇ ਸਤਿਗੁਰੂ ਜੀ ਕਹਿ ਰਹੇ ਹਨ, ਧੋਖਾ ਧੜੀ ਨਹੀਂ ਕਰੇਗਾ, ਝੂਠ ਨਹੀਂ ਬੋਲੇਗਾ, ਜ਼ਿੰਦਗੀ ਦੇ ਵਿੱਚ ਗਰੀਬਾਂ ਲੋੜਵੰਦਾਂ ਦੀ ਮਦਦ ਕਰੇਗਾ, ਜਿਸ ਮਨੋਰਥ ਕਰਕੇ ਇਹ ਸਰਾਂ ਬਣਾਈ ਸੀ ਇਸ ਨੂੰ ਸਹੀ ਵਰਤੋਂ ਇਸ ਦੀ ਕਰ।
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ। ਉਸ ਦਿਨ ਤੋਂ ਗੁਰਮੁਖੋ ਗੁਰੂ ਸਾਹਿਬ ਉਸ ਕੁਝ ਦਿਨ ਇੱਥੇ ਰਹੇ। ਸਤਿਗੁਰਾਂ ਨੇ ਇਸ ਇਲਾਕੇ ਦਾ ਪ੍ਰਚਾਰਕ ਥਾਪ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸਮਝਿਆ, ਬਾਣੀ ਦੀ ਸਿੱਖਿਆ ਲਈ, ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲਈ, ਹਰ ਰੋਜ਼ ਬਾਣੀ ਪੜ੍ਹਦਾ ਹੈ। ਇਸ ਨੇ ਲੰਗਰ ਚਲਾ ਦਿੱਤੇ, ਆਏ ਗਏ ਦੀ ਬੜੇ ਪਿਆਰ ਦੇ ਨਾਲ ਸੇਵਾ ਕਰਦਾ ਹੈ। ਇਲਾਕੇ ਦੇ ਵਿੱਚ ਫਿਰ ਪੂਰਾ ਨਾਮ ਹੋ ਗਿਆ ਕਿ ਸੱਜਣ ਬੜੀ ਭਾਵਨਾ ਦੇ ਨਾਲ ਸੇਵਾ ਕਰਦਾ ਹੈ। ਇਸ ਲਈ ਭਾਗਾਂ ਵਾਲਿਓ, ਸਤਿਗੁਰੂ ਜੀ ਕਹਿ ਰਹੇ ਹਨ, ਜਦੋਂ ਭੁੱਲਿਆ ਹੋਇਆ ਮਨ ਜਾਗ ਜਾਵੇਗਾ, ਜਦੋਂ ਭੁੱਲਿਆ ਹੋਇਆ ਮਨੁੱਖ ਗੁਰੂ ਕੇ ਚਰਨਾਂ ਦੇ ਵਿੱਚ ਢਹਿ ਪਵੇਗਾ। ਕਿਉਂਕਿ ਹਾਲੇ ਵੀ ਸਤਿਗੁਰੂ ਜੀ ਕਹਿ ਰਹੇ ਹਨ, ਇਹ ਬੰਦੇ ਕੁਝ ਨਹੀਂ ਵਿਗੜਿਆ, ਨਵਾਂ ਸਿਰੇ ਤੋਂ ਜ਼ਿੰਦਗੀ ਨੂੰ ਗੁਰੂ ਕੇ ਚਰਨਾਂ ਵਿੱਚ ਆ ਕੇ ਸ਼ੁਰੂ ਕਰ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਗੁਰੂ ਐਸਾ ਸਮਰੱਥ ਹੈ, ਜਿਤਨੇ ਪਿਛਲੇ ਕੀਤੇ ਹੋਏ ਪਾਪ, ਪਿਛਲੇ ਕੀਤੇ ਹੋਏ ਵਿਕਾਰ ਗੁਰੂ ਬਖਸ਼ ਲਵੇਗਾ, ਕਦੀ ਉਹਨਾਂ ਨੂੰ ਦੁਹਰਾਏਗਾ ਨਹੀਂ। ਭਾਗਾਂ ਵਾਲਿਓ, ਸੰਸਾਰ ਦਾ ਕਾਨੂੰਨ, ਦੁਨੀਆ ਦਾ ਕਾਨੂੰਨ ਹੈ, ਜੇ ਭਾਵੇਂ 20 ਸਾਲ ਪਹਿਲਾਂ ਵੀ ਬੰਦੇ ਨੇ ਕਤਲ ਕੀਤਾ ਹੈ ਜਾਂ ਕੋਈ ਪੁੱਠਾ ਸਿੱਧਾ ਕੰਮ ਕੀਤਾ ਹੈ, ਉਸ ਦੀ ਸਜ਼ਾ ਇਸ ਤੇ ਕੇਸ ਦਰਜ ਹੈ। 20-25 ਸਾਲਾਂ ਬਾਅਦ ਵੀ ਮਿਲ ਗਿਆ ਤੇ ਗੁਰਮੁਖੋ ਇਸ ਨੂੰ ਸਜ਼ਾ ਮਿਲ ਜਾਂਦੀ ਹੈ। 20-25 ਸਾਲ ਭਗੌੜਾ ਰਿਹਾ, 20-25 ਸਾਲਾਂ ਬਾਅਦ ਵੀ ਪੁਲਿਸ ਦੇ ਹੱਥ ਲੱਗਿਆ, ਕਾਨੂੰਨ ਦੇ ਹੱਥ ਲੱਗਿਆ, ਤਾਂ ਵੀ ਇਸ ਨੂੰ ਸਜ਼ਾ ਮਿਲ ਜਾਂਦੀ ਹੈ। ਗੁਰੂ ਜੀ ਕਹਿ ਰਹੇ ਨੇ, ਭਾਵੇਂ ਤੂੰ ਦੁਨੀਆ ਤੇ ਕਿਤਨੇ ਵੀ ਗੁਨਾਹ ਕੀਤੇ ਨੇ, ਗੁਰੂ ਪਿਛਲੇ ਔਗਣਾਂ ਨੂੰ ਫੋਲੇਗਾ ਵੀ ਨਹੀਂ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਸਤਿਗੁਰੂ ਜੀ ਪਿਛਲੇ ਲੇਖੇ ਵਾਲੇ ਕਾਗਜ਼ ਵੀ ਪਾੜ ਦੇਵੇਗਾ। ਇਸ ਲਈ ਪਿਛਲੇ ਔਗਣ ਬਖਸ਼ ਲਏ ਪ੍ਰਭ, ਸਾਰੇ ਪਿਛਲੇ ਗੁਨਾਹਾਂ ਨੂੰ ਗੁਰੂ ਬਖਸ਼ ਦੇਵੇਗਾ। ਆਗੇ ਮਾਰਗ ਪਾਵੇ, ਆਉਣ ਵਾਲੇ ਸਮੇਂ ਵਾਸਤੇ ਰਸਤਾ ਦਿਖਾ ਦੇਵੇਗਾ। ਸਿੱਖਾ, ਇਸ ਰਸਤੇ ਤੇ ਤੁਰੀ, ਜੀਵਨ ਸਫਲ ਹੋ ਜਾਵੇਗਾ। ਇਸ ਰਸਤੇ ਤੇ ਤੁਰੀ, ਕਦੇ ਡੋਲੇਗਾ ਨਹੀਂ। ਗੁਰੂ ਕੇ ਨਾਮ ਵਾਲੀ ਪੂੰਜੀ, ਗੁਰੂ ਕੇ ਗਿਆਨ ਵਾਲਾ ਖਰਚਾ ਇਸ ਰਸਤੇ ਤੇ ਚੱਲਣ ਵਾਸਤੇ ਸਤਿਗੁਰੂ ਜੀ ਦੇ ਦਿੰਦੇ ਨੇ। ਇਸ ਲਈ ਭਾਗਾਂ ਵਾਲਿਓ, ਜਿਹੜਾ ਚਰਨ ਕਮਲਾਂ ਦਾ ਭੌਰਾ ਬਣ ਗਿਆ, ਜਿਸ ਦਾ ਮਨ ਗੁਰੂ ਕੇ ਗਿਆਨ ਸਦਕਾ ਰੰਗਿਆ ਗਿਆ, ਜਿਸ ਦੇ ਮਨ ਦੇ ਵਿੱਚ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਹੋ ਗਿਆ, ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਪ੍ਰੀਤਮ ਜੀ ਦੇ ਚਰਨਾਂ ਦੇ ਵਿੱਚ ਮਨੁੱਖ ਜੁੜ ਜਾਂਦਾ ਹੈ ਜੀ। ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ, ਸੋਈ ਗਣੋ ਅਭਾਗਾ। ਜਿਸ ਮਨੁੱਖ ਨੂੰ ਪ੍ਰਾਣਾਂ ਦਾ ਮਾਲਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਵਿਸਰ ਜਾਂਦਾ ਹੈ, ਸਤਿਗੁਰੂ ਜੀ ਕਹਿ ਰਹੇ ਹਨ, ਸਮਝੋ ਉਹ ਬਦਕਿਸਮਤਾ ਹੈ। ਸਤਿਗੁਰੂ ਜੀ ਕਹਿ ਰਹੇ ਹਨ, ਸਮਝੋ ਉਹ ਅਭਾਗਾ ਹੈ। ਬੰਦਾ ਕਹਿੰਦਾ ਹੈ, ਮੇਰੀ ਕਿਸਮਤ ਮਾੜੀ ਹੈ, ਮੈਨੂੰ ਆ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਸਤਿਗੁਰੂ ਜੀ ਕਹਿ ਰਹੇ ਹਨ, ਕਿਸਮਤ ਮਾੜੀ ਤੇਰੀ ਤਾਂ ਹੋਈ ਕਿਉਂਕਿ ਰੱਬ ਨੂੰ ਭੁੱਲ ਗਿਆ ਹੈ, ਤਾਂ ਤੈਨੂੰ ਇਹ ਲੱਗਦਾ ਹੈ ਕਿਸਮਤ ਮਾੜੀ ਹੈ। ਸਾਹਿਬ ਜੀ ਕਹਿ ਰਹੇ ਹਨ, ਗੁਰੂ ਨੂੰ ਚੇਤੇ ਰੱਖਦਾ, ਗੁਰੂ ਤੇਰੇ ਕਰਮਾਂ ਨੂੰ ਵੱਡੇ ਬਣਾ ਦਿੰਦਾ। ਵੱਡਾ ਭਾਗ ਭੇਟੇ ਗੁਰਦੇਵਾ, ਭੇਟੇ ਤੋਂ ਭਾਵ ਮਿਲਾਪ ਹੋ ਜਾਣਾ। ਜਦੋਂ ਗੁਰੂ ਦੇ ਨਾਲ ਮਿਲਾਪ ਹੋ ਗਿਆ, ਗੁਰੂ ਤੇਰੇ ਕਰਮ ਵੀ ਬਦਲ ਦੇਵੇਗਾ। ਗੁਰੂ ਦੇ ਨਾਲ ਮਿਲਾਪ ਹੋ ਗਿਆ, ਗੁਰੂ ਤੇਰੀ ਕਿਸਮਤ ਵੀ ਬਦਲ ਦੇਵੇਗਾ। ਗੁਰੂ ਦੇ ਨਾਲ ਮਿਲਾਪ ਹੋ ਗਿਆ, ਗੁਰੂ ਆਉਣ ਵਾਲਾ ਸਮਾਂ ਸਫਲ ਬਣਾ ਦੇਵੇਗਾ। ਆਗੇ ਸੁਖ ਮੇਰੇ ਮੀਤਾ, ਆਉਣ ਵਾਲੇ ਸਮੇਂ ਵਿੱਚ ਗੁਰੂ ਸੁਖ ਬਣਾ ਦੇਵੇਗਾ। ਪਾਛੇ ਆਨੰਦ ਪ੍ਰਭ ਕੀਤਾ, ਜਿਤਨਾ ਸਮਾਂ ਬੀਤਿਆ ਉਸ ਵਿੱਚ ਵੀ ਗੁਰੂ ਨੇ ਆਨੰਦ ਬਣਾਈ ਰੱਖਿਆ, ਜਦੋਂ ਤੋਂ ਗੁਰੂ ਕੇ ਚਰਨਾਂ ਵਿੱਚ ਆਉਣਾ ਸ਼ੁਰੂ ਹੋਇਆ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਜਿਸ ਮਨੁੱਖ ਨੂੰ ਰੱਬ ਵਿਸਰ ਗਿਆ, ਸਮਝੋ ਉਹ ਭਾਗਾ ਹੈ, ਉਹ ਬਦਕਿਸਮਤਾ ਹੈ। ਚਰਨ ਕਮਲ ਜਾ ਕਾ ਮਨ ਰੰਗਿਓ, ਅਮਿਆ ਸਰੋਵਰ ਪਾਗਾ। ਜਿਸ ਦਾ ਮਨ ਗੁਰੂ ਕੇ ਚਰਨ ਕਮਲਾਂ ਵਿੱਚ ਜੁੜ ਗਿਆ। ਤੇ ਸਾਹਿਬ ਜੀ ਕਹਿ ਰਹੇ ਹਨ, ਇਸ ਤਰ੍ਹਾਂ ਜਾਣੋ, ਜਾਂ ਕਾ ਮਨ ਰੰਗਿਓ, ਗੁਰੂ ਕੇ ਚਰਨ ਕਮਲਾਂ ਵਿੱਚ ਆ ਕੇ ਗਿਆਨ ਰੂਪੀ ਰੰਗ ਦੇ ਵਿੱਚ ਰੰਗਿਆ ਗਿਆ। ਅਮਿਆ ਅੰਮ੍ਰਿਤ ਦਾ ਸਰੋਵਰ, ਪਾਗਾ ਭਾਵ ਇਸ ਅੰਮ੍ਰਿਤ ਰੂਪੀ ਸਰੋਵਰ ਦੇ ਵਿੱਚ ਮਨੁੱਖ ਦਾ ਇਸ਼ਨਾਨ ਹੋ ਗਿਆ। ਮਨੁੱਖ ਨੇ ਆਪਣੇ ਮਨ ਦੀ ਮੈਲ ਲਾ ਲਈ, ਜਨਮਾਂ ਜਨਮਾਂ ਦੇ ਵਿਕਾਰ ਲਾ ਲਏ, ਜਨਮਾਂ ਜਨਮਾਂ ਦੀ ਮੱਤ ਉੱਤੇ ਲੱਗੀ ਪਾਪ ਲੈ ਗਏ। ਭਰੀਐ ਮਤ ਪਾਪਾਂ ਕੇ ਸੰਗ, ਬੰਦਾ ਸਾਰੀ ਦੁਨੀਆ ਦੀ ਕਾਲਖ ਚੁੱਕੀ ਫਿਰਦਾ ਹੈ, ਸਾਰੀ ਦੁਨੀਆ ਦੀ ਗੰਦਗੀ ਆਪਣੇ ਦਿਮਾਗ ਦੇ ਵਿੱਚ ਚੁੱਕੀ ਫਿਰਦਾ ਹੈ।
ਤੇ ਪਾਤਸ਼ਾਹ ਜੀ ਕਹਿ ਰਹੇ ਹਨ ਗੁਰੂ ਕੇ ਚਰਨਾਂ ਵਿੱਚ ਆ ਕੇ ਇਹ ਗੰਦਗੀ ਦੂਰ ਹੋ ਗਈ। ਗੁਰੂ ਕੇ ਚਰਨਾਂ ਵਿੱਚ ਆ ਕੇ ਮਨ ਰੂਪੀ ਮਤ ਰੂਪੀ ਵਿਕਾਰ ਪਾਪ ਦੂਰ ਹੋ ਗਏ, ਮਤ ਉੱਚੀ ਹੋ ਗਈ। ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮੈਂ ਤਾਗਾ। ਜਦੋਂ ਗੁਰੂ ਕੇ ਚਰਨਾਂ ਵਿੱਚ ਆਇਆ, ਜਿੱਧਰ ਜਿੱਧਰ ਤੱਕਿਆ, ਜਿੱਧਰ ਜਿੱਧਰ ਦੇਖਿਆ, ਉਧਰ ਨਾਰਾਇਣ ਅਕਾਲ ਪੁਰਖ ਪਰਮਾਤਮਾ ਦਿਖਾਈ ਦਿੱਤਾ। ਜਦੋਂ ਮਨ ਦੀ ਮਤ ਦੀ ਮੈਲ ਲੈ ਗਈ, ਮਨ ਸਾਫ਼ ਹੋ ਗਿਆ, ਮਨ ਪਵਿੱਤਰ ਹੋ ਗਿਆ। ਹਰ ਬੰਦੇ ਵਿੱਚ ਬੰਦੇ ਨੂੰ ਰੱਬ ਦਿਖਾਈ ਦੇਵੇਗਾ। ਹਰ ਬੰਦਾ, ਹਰ ਪੇੜ ਪੌਦਾ, ਹਰ ਜੀਵ ਜੰਤੂ ਰੱਬ ਦੇ ਵਿੱਚ ਦਿਖਾਈ ਦੇਵੇਗਾ, ਕਿਉਂਕਿ ਹਰ ਵਿੱਚ ਰੱਬ ਦਾ ਰੂਪ ਦਿਖਾਈ ਦੇਵੇਗਾ। ਹੁਣ ਬੰਦੇ ਦੀ ਆਦਤ ਹੈ, ਬੰਦੇ ਦੀ ਫਿਦਰਤ ਹੈ, ਬੰਦਾ ਹਰ ਇੱਕ ਬੰਦੇ ਵਿੱਚੋਂ ਭਾਵੇਂ ਉਸ ਦੇ ਵਿੱਚ 99 ਗੁਣ ਹੋਣ, ਗੁਰਮੁਖੋ ਗੁਣਾ ਤੇ ਪਰਦਾ ਪਾ ਦਿੰਦਾ ਹੈ। ਇੱਕ ਔਗਣ ਹੋਵੇ ਉਸ ਨੂੰ ਢੂੰਡਦਾ ਹੈ, ਉਸ ਨੂੰ ਦੇਖਦਾ ਹੈ, ਇਹ ਗੁਨਾਹ ਨੂੰ ਫਿਰ ਉਛਾਲਣਾ ਸ਼ੁਰੂ ਕਰਦਾ ਹੈ। ਇਸ ਨੇ ਆਹ ਕੀਤਾ, ਇਸ ਦੇ ਵਿੱਚ ਬੜਾ ਵੱਡਾ ਗੁਨਾਹ ਹੈ। ਸਤਿਗੁਰੂ ਜੀ ਕਹਿ ਰਹੇ ਹਨ 99 ਮਿੱਟੀ ਕਰ ਦਿੱਤੇ, ਗੁਣ ਮਿੱਟੀ ਕਰ ਦਿੱਤੇ, ਔਗਣਾਂ ਨੂੰ ਚੁੱਕ ਲਿਆ, ਕਿਉਂਕਿ ਬਿਰਤੀ ਹੀ ਨਿੰਦਿਆ ਵਾਲੀ ਹੈ। ਇਸ ਲਈ ਸਤਿਗੁਰੂ ਜੀ ਕਹਿ ਰਹੇ ਹਨ ਨਿੰਦਕ ਡੂਬਾ ਹਮ ਉਤਰੇ ਪਾਰ। ਨਿੰਦਕ ਗੁਰ ਕਿਰਪਾ ਤੇ ਹਟਿਓ। ਨਿੰਦਿਆ ਵਾਲੀ ਬਿਰਤੀ ਕਿਵੇਂ ਖਤਮ ਹੋਵੇਗੀ? ਗੁਰੂ ਦੀ ਕਿਰਪਾ ਸਦਕਾ। ਗੁਰੂ ਕੇ ਚਰਨਾਂ ਵਿੱਚ ਆਉਣ ਦੇ ਨਾਲ ਜਦੋਂ ਇਹ ਬਿਰਤੀ ਖਤਮ ਹੋ ਗਈ, ਗਿਆਨ ਆ ਗਿਆ, ਫਿਰ ਜਿੱਧਰ ਜਿੱਧਰ ਤੱਕੇਗਾ, ਜਿੱਧਰ ਜਿੱਧਰ ਦੇਖੇਗਾ, ਰੱਬ ਦਿਖਾਈ ਦੇਵੇਗਾ। ਸਗਲ ਘਟਾਂ ਮਹਿ ਤਾਗਾ, ਕਿਉਂਕਿ ਸਗਲ ਘਟਾਂ ਤੋਂ ਭਾਵ ਹਰ ਇੱਕ ਹਿਰਦੇ ਅੰਦਰ, ਤੇ ਸਾਹਿਬ ਕਹਿ ਰਹੇ ਹਨ ਹਰ ਇੱਕ ਹਿਰਦੇ ਅੰਦਰ, ਸੰਸਾਰ ਦੇ ਜਰਰੇ ਜਰਰੇ ਅੰਦਰ ਵਸ ਰਿਹਾ ਹੈ ਜੀ। ਨਾਮ ਉਦਕ ਤੀਵਤ ਜਨ ਨਾਨਕ, ਤਿਆਗੇ ਸਭ ਅਨਰਾਗਾ। ਨਾਮ ਰੂਪੀ ਉਦਕ, ਉਦਕ ਤੋਂ ਭਾਵ ਜਲ, ਤੇ ਸਾਹਿਬ ਜੀ ਕਹਿ ਰਹੇ ਹਨ ਨਾਮ ਰੂਪੀ ਜਲ ਨੂੰ ਪੀਵਤ ਜਨ ਨਾਨਕ, ਉਹ ਅੰਮ੍ਰਿਤ ਰੂਪੀ ਜਲ ਛਕ ਲੈਂਦਾ ਹੈ। ਸਾਹਿਬ ਕਹਿ ਰਹੇ ਹਨ ਤਿਆਗੇ ਸਭ ਅਨੁਰਾਗਾ। ਜਿਸ ਨੇ ਬਾਣੀ ਰੂਪੀ ਅੰਮ੍ਰਿਤ ਨੂੰ ਛਕ ਲਿਆ, ਜਿਸ ਨੇ ਬਾਣੀ ਰੂਪੀ ਅੰਮ੍ਰਿਤ ਨੂੰ ਪੀ ਲਿਆ, ਜਿਸ ਨੇ ਬਾਣੀ ਰੂਪੀ ਜਲ ਨੂੰ ਆਪਣੇ ਮਨ ਅੰਦਰ ਵਸਾ ਲਿਆ, ਤੇ ਪਾਤਸ਼ਾਹ ਜੀ ਕਹਿ ਰਹੇ ਹਨ ਤਿਆਗੇ ਸਭ ਅਨੁਰਾਗਾ। ਵਿਕਾਰਾਂ ਵਾਲੀ ਬਿਰਤੀ ਖਤਮ ਹੋ ਜਾਂਦੀ ਹੈ। ਮਾੜੀ ਨਿੰਦਿਆ ਦਵੈਤ ਚੁਗਲੀ ਵਾਲੀ ਬਿਰਤੀ ਖਤਮ ਹੋ ਜਾਂਦੀ ਹੈ। ਦੂਸਰੇ ਦਾ ਬੁਰਾ ਸੋਚਣ ਦੀ ਬਿਰਤੀ ਖਤਮ ਹੋ ਜਾਂਦੀ ਹੈ। ਮਾਇਆ ਵੱਲੋਂ ਉਪਰਾਮ ਹੋ ਜਾਂਦਾ ਹੈ। ਕੇਵਲ ਸੰਸਾਰ ਦੀ ਮਾਇਆ, ਸੰਸਾਰ ਦੇ ਰੰਗਾਂ, ਸੰਸਾਰ ਦੇ ਤਮਾਸ਼ਿਆਂ ਦੇ ਮਗਰ ਨਹੀਂ ਭੱਜਦਾ। ਪਾਤਸ਼ਾਹ ਜੀ ਕਹਿ ਰਹੇ ਹਨ ਜਦੋਂ ਗਿਆਨ ਆ ਗਿਆ, ਸਮਝ ਆ ਗਈ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ। ਗਰੀਬ ਲੋੜਵੰਦ ਦੀ ਸੇਵਾ ਕਰਦਾ ਹੈ, ਹਰ ਇੱਕ ਦੇ ਕੰਮ ਆਉਂਦਾ ਹੈ, ਹਰ ਇੱਕ ਵਿੱਚੋਂ ਰੱਬ ਨੂੰ ਤੱਕਦਾ ਹੈ। ਪਾਤਸ਼ਾਹ ਜੀ ਰਹਿਮਤ ਕਰਨ। ਗੁਰ ਹੁਕਮ ਦੀ ਸੰਖੇਪ ਜੀ ਵਿਚਾਰ ਕੇਵਲ ਅਖਰੀ ਅਰਥ ਗੁਰੂ ਰਹਿਮਤ ਸਦਕਾ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ, ਕਿਉਂਕਿ ਸ਼ਬਦ बड़ा डूंगा है, गुरु की बाणी बड़ी डूंगी है। केवल अखरी अर्थ संखेप जी विचार आप संगतां दे नाल सांझे कीते। बंदा सारी जिंदगी भावें एक पंक्ति दे अर्थ करन बैठ जावे। भागां वालिओ गुरु की बाणी असीम है, अगाध बोध है। सतगुरां दी बाणी दा उरार पर नहीं, सतगुरां दी बाणी दी डूंघाई चौड़ाई नापी नहीं जा सकती, क्योंकि गुरु असीम है। बंदे दा जीवन खत्म हो जाएगा गुरु की बाणी दे एक पंक्ति दी विचार भी बंदा सारी उम्र दे विच खत्म नहीं कर सकेगा, क्योंकि गुरु दी बाणी अगां अगां सानू विचार दी जा रही है। इसलिए अंत को चाहन जो गए से आए अंत गवाए। ऐसे मनुख भी होए ने जो रब जी का अंत लभन वास्ते पर जीवन समाप्त हो गया, रब का अंत नहीं लभ्या। इसलिए भागां वालिओ गुरु की बाणी पढ़िए, सुनिए, विचारिए, समझिए, जीवन विच लागू करिए, तां